क्योंकि 7-8 ਜਿਹੜੇ ਕਾਨੂੰਨ ਨੇ ਉਹਨਾਂ ਵਿੱਚੋਂ 2 ਦੇਤੇ ਆਪਾਂ ਨੇ ਕਿਹਾ ਵੀ ਲਓ ਜੀ ਬੱਚੇ ਜਿਵੇਂ ਆਪਾਂ ਟੌਫੀ ਦੇ ਰਹੇ ਆ ਵੀ ਲੈ ਤੈਨੂੰ ਟੌਫੀ ਦੇ ਦੀ ਤੂੰ ਉੱਥੇ ਚੱਲਿਆ ਜਾ ਘਰ ਨੂੰ। ਇਹ ਸਿਰਫ ਇੱਕ ਸੈਂਟਰ ਸਰਕਾਰ ਦੀ ਜਾਂ ਕੋਈ ਵੀ ਸਰਕਾਰ ਆਪਾਂ ਲਾ ਲਈਏ ਤਾਂ ਉਹਦੀ ਇੱਕ ਚਾਲ ਹੁੰਦੀ ਹੈ। ਜੇ ਸਾਰਾ ਪੰਜਾਬ ਹੀ ਆਤੰਕਵਾਦੀ ਹੋਗਾ ਫਿਰ ਤਾਂ ਦਿੱਲੀ ਖਤਮ ਹੈ, ਫਿਰ ਤਾਂ ਦਿੱਲੀ ਨੂੰ ਇੱਥੇ ਕੋਈ ਬਚਾ ਨਹੀਂ ਸਕਦਾ। ਨੌਜਵਾਨਾਂ ਨੇ ਉਸਦੇ ਵਿਰੋਧ ਵਿੱਚ ਉਸਦੇ ਘਰ ਦੇ ਅੱਗੇ ਗੋਹੇ ਦੀ ਟਰਾਲੀ ਲਾਹੀ, ਉਹਦੇ ਤੇ 307 ਦਾ ਪਰਚਾ ਦਰਜ ਕੀਤਾ ਗਿਆ, ਚੋਰੀ ਦਾ ਪਰਚਾ ਦਰਜ ਕੀਤਾ ਗਿਆ। ਤੁਹਾਨੂੰ ਲੱਗਦਾ ਇਹ ਗੋਹੇ ਨਾਲ ਕੋਈ ਬੰਬ ਤਾਂ ਨਹੀਂ ਸਿੱਟਿਆ ਉਹਨਾਂ ਨੇ, ਕੋਈ ਵੀ ਗੋਹੇ ਦੀ ਸਮੈਲ ਨਾਲ ਕੋਈ ਬੰਦਾ ਮਰ ਜੂ? ਜਿਹੜੀ ਪੰਜਾਬ ਸਰਕਾਰ ਆ ਉਹ ਇੱਕ ਤੁਹਾਨੂੰ ਦਿਖਾਵਾ ਕਰਦੀ ਹੈ ਜੀ। ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਹੈ, ਪਰ ਬਿਲਕੁਲ ਨਹੀਂ ਹੈ ਨਾਲ, ਤੁਹਾਡੇ ਅੰਦਰੋਂ ਕਿਤੇ ਉਹ ਜਿਹੜੀ ਉਹ ਬੀਜੇਪੀ ਦੇ ਨਾਲ ਹੀ ਹੈ। ਵੀ ਜਿਹੜਾ ਇਹ ਗੋਹਾ ਜਾਂ ਗਊ ਮੂਤਰ ਆ ਇਹ ਕੋਹਨੂਰ ਹੀਰੋ ਨੂੰ ਵਿਪਰਦੀ ਆ ਜੀ। ਜੇ ਉਹਨਾਂ ਦੇ ਘਰ ਦੇ ਮੂਹਰੇ ਗੋਹਾ ਸਿੱਟ ਵੀ ਦਿੱਤਾ ਤਾਂ ਉਹਨੂੰ ਕੋਹਨੂਰ ਹੀਰਾ ਸਮਝਦੇ ਨੇ। जब तक मोदी कानून वापस नहीं लंदा असी सारे उरी रहांगे, उरी असी क्लासा लावांगे अपनी ऑनलाइन जी, उरी रहांगे। जो भी कानून बनता है उससे पहले स्टैंडिंग कमेटी के पास भेजा जाता है। क्या भेजा हो, पास कैसे किया ऑर्डिनेंस? जब पूरे देश में लॉकडाउन लागू हुआ था, मतलब कर्फ्यू लगा हुआ था, 5 आदमी ज़्यादा इकट्ठे नहीं हो सकते थे, जेल में डाल दिए जाते। उस टाइम पे ले गए हैं, क्यों ले गए? क्योंकि कोई भी सवाल जवाब नहीं कर सकेगा। डिवाइड एंड रूल कर रहे हैं ना, अंग्रेजों ने यही किया था, ये भी यही कर रहे हैं कि बांट दिया इस धरती को। क्या चांदसीदारों का होगा, नदियों के कुछ नाम लिखे बहतीदारों का क्या होगा? नस्लों का जो करे बंटवारा, नस्लों का जो करे बंटवारा, रैबर काम का ढोंगी है। क्या खुदा ने मंदिर तोड़ी थी या राम ने मस्जिद तोड़ी है? मन की बात अपने घरवाली के साथ करे, इसको छोड़ क्या रहे, समझ रहे हो ना? काम की बात करनी चाहिए। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਮਨਵਿੰਦਰ ਸਿੰਘ ਟਿਵਾਣਾ। ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਕਿਸਾਨ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਤਕਰੀਬਨ 3 ਮਹੀਨੇ ਦੇ ਤਕਰੀਬਨ ਪੰਜਾਬ 'ਚ ਅੰਦੋਲਨ ਚੱਲਿਆ, ਸੜਕਾਂ ਤੇ ਬੈਠੇ ਕਿਸਾਨ, ਟੋਲ ਪਲਾਜ਼ੇ ਜਾਮ ਕੀਤੇ ਗਏ। ਉਸ ਤੋਂ ਬਾਅਦ 1 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ, ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ ਕਾਲੇ ਕਾਨੂੰਨ ਰੱਦ ਕਰਵਾਉਣ ਦੇ ਲਈ। ਜਿੱਥੇ ਕਿ ਸੈਂਟਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੇ ਕਾਨੂੰਨ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣਗੇ, ਉੱਥੇ ਹੀ ਕਿਸਾਨ ਇਹ ਕਾਨੂੰਨਾਂ ਬਾਰੇ ਸੈਂਟਰ ਸਰਕਾਰ ਨੂੰ ਸਮਝਾਉਂਦੇ ਰਹੇ ਨੇ ਤੇ ਦੱਸਦੇ ਰਹੇ ਨੇ। ਸੈਂਟਰ ਸਰਕਾਰ ਦਾ ਅੜੀਅਲ ਰਵੱਈਆ ਹੈ। ਅੱਜ ਭਾਸੋ ਤੋਂ ਕਾਫੀ ਸੰਗਤ ਇੱਥੇ ਪਹੁੰਚੀ ਆ, ਬੀਬੀਆਂ ਨੇ ਤੇ ਵੀਰ ਹੋਣੀ ਨੇ। ਕਰਦੇ ਆ ਗੱਲ, ਇਹ ਕਿਸ ਤਰ੍ਹਾਂ ਦੇਖਦੇ ਨੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਰਾਮ ਸਰੂਪ ਸਿੰਘ। ਕਿਸ ਤਰ੍ਹਾਂ ਦੇਖ ਰਹੇ ਹੋ ਜੀ ਜੋ ਸੈਂਟਰ ਸਰਕਾਰ ਦਾ ਰਵੱਈਆ ਹੈ? ਹਰ ਇੱਕ ਵਰਗ ਕਹਿ ਰਿਹਾ ਇਹ ਕਾਨੂੰਨ ਗਲਤ ਨੇ, ਕਿਸਾਨ ਵੀ ਕਹਿ ਰਹੇ ਨੇ ਤੇ ਹੋਰ ਵਪਾਰੀ ਵਰਗ ਸਭ ਕਹਿ ਰਹੇ ਨੇ ਵੀ ਕਾਨੂੰਨ ਰੱਦ ਕਰਨੇ ਚਾਹੀਦੇ ਨੇ, ਪਰ ਸੈਂਟਰ ਸਰਕਾਰ ਕਹਿ ਰਹੀ ਹੈ ਨਹੀਂ, ਇਹ ਕਾਨੂੰਨ ਰੱਦ ਨਹੀਂ ਹੋਣਗੇ, ਸੋਧ ਕਰ ਦਾਂਗੇ। ਦੇਖੋ, ਕਾਨੂੰਨ ਰੱਦ ਹੋਣੇ ਚਾਹੀਦੇ ਆ ਕਿਉਂਕਿ ਕਿਸਾਨਾਂ ਦੇ ਨਾਲ ਇਹ ਧੱਕਾ ਹੈ ਸਰੇਆਮ। ਕਿਉਂ ਕਿਸਾਨਾਂ ਨੂੰ ਇੱਕ ਲੋਲੀਪੌਪ ਜਿਹੜਾ ਦਿੱਤਾ ਹੈ ਉਹਨਾਂ ਨੇ ਵੀ ਅਸੀਂ ਤੁਹਾਡੀਆਂ ਮੰਡੀਆਂ ਦੇ ਵਿੱਚ ਭਾਅ ਵੱਧ ਪਹੁੰਚਾਵਾਂਗੇ। ਵਪਾਰੀਕਰਨ ਜਿਹੜਾ ਕੀਤਾ ਹੋਇਆ ਖੇਤੀਬਾੜੀ ਦਾ, ਇਸ ਦੇ ਨਾਲ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਨੇ ਉਹਨਾਂ ਦਾ ਵਪਾਰੀਕਰਨ ਹੋ ਕੇ ਵੀ ਮੈਨੂੰ ਲੱਗਦਾ ਵੀ ਇਹ ਜ਼ਮੀਨਾਂ ਤੋਂ ਹੀ ਹੱਥ ਧੋਆਊਗਾ ਉਹਨਾਂ ਤੋਂ। ਇਸ ਲਈ ਜਿਹੜੇ ਕਾਨੂੰਨ ਨੇ ਬਹੁਤ ਹੀ ਮਾੜੇ ਕਾਨੂੰਨ ਨੇ, ਜਦੋਂ ਤੱਕ ਇਹ ਰੱਦ ਨਹੀਂ ਹੁੰਦੇ ਉਦੋਂ ਤੱਕ ਕਿਸਾਨਾਂ ਦਾ ਕੋਈ ਭਲਾ ਨਹੀਂ ਹੋ ਸਕਦਾ ਜੀ। ਜਿਹੜੇ 2 ਕਾਨੂੰਨ ਨੇ, ਇੱਕ ਤਾਂ ਲਿਆਂਦਾ ਗਿਆ ਸੀਗਾ ਬਿਜਲੀ ਸੋਧ ਬਿੱਲ ਤੇ ਇੱਕ ਪਰਾਲੀ ਦਾ ਮੁੱਦਾ ਸੀਗਾ ਜਿਹੜਾ 1 ਕਰੋੜ ਦਾ ਜੁਰਮਾਨਾ ਕੀਤਾ ਸੀਗਾ, ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਹਿ ਰਹੇ ਨੇ ਉਹ ਰੱਦ ਕਰ ਦਾਂਗੇ, ਹਾਲੇ ਕੋਈ ਪੱਕਾ ਆਸ਼ਵਾਸਨ ਨਹੀਂ ਦਿੱਤਾ ਗਿਆ ਵੀ ਰੱਦ ਹੋ ਗਏ ਨੇ। ਉਹ ਕਹਿ ਰਹੇ ਨੇ ਉਹ ਨਹੀਂ ਲਾਗੂ ਹੋਣਗੇ, ਕਿੱਦਾਂ ਦੇਖਦੇ ਹੋ? ਦੇਖੋ, ਜਦੋਂ ਤੱਕ ਵੀ ਸਰਕਾਰ ਹੈ ਜਿਹੜੀ ਲਿਖਤੀ ਰੂਪ ਦੇ ਵਿੱਚ ਕੋਈ ਨਹੀਂ ਦਿੰਦੀ ਉਦੋਂ ਤੱਕ ਸਰਕਾਰ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ। ਇਹ ਸਿਰਫ ਕਿਸਾਨਾਂ ਦਾ ਧਰਨਾ ਉਠਾਉਣ ਵਾਸਤੇ ਜਾਂ ਕਿਸਾਨਾਂ ਨੂੰ ਆਪਣੇ ਆਪਣੇ ਘਰਾਂ ਭੇਜਣ ਵਾਸਤੇ ਇੱਕ ਲੋਲੀਪੌਪ ਜਿਹੜਾ ਮੈਂ ਪਹਿਲਾਂ ਕਰ ਗਿਆ ਵੀ ਉਹ ਕਿਸਾਨਾਂ ਨੂੰ ਦਿੱਤਾ ਤਾਂ ਕਿ ਕਿਸਾਨ ਕਹਿਣ ਵੀ ਸਾਨੂੰ ਕੁਝ ਮਿਲ ਗਿਆ, ਅਸੀਂ ਹੌਲੀ ਹੌਲੀ ਘਰਾਂ ਨੂੰ ਚੱਲਦੇ ਜਾਈਏ। ਇਹ ਮੋਦੀ ਦਾ ਇੱਕ ਸ਼ੋਸ਼ ਹੈ ਜਿਹੜਾ ਉਹਨੇ ਨਹੀਂ ਦੇਣਾ, ਕਿਉਂਕਿ ਜਿਹੜੇ 3 ਬਿੱਲ ਨੇ ਜਦ ਤੱਕ ਉਹ ਰੱਦ ਨਹੀਂ ਕਰਦਾ ਜਦ ਤੱਕ ਤੁਸੀਂ ਸਮਝੋ ਵੀ ਤੁਹਾਨੂੰ ਕੁਝ ਵੀ ਨਹੀਂ ਦਿੱਤਾ। ਮਾਸਟਰ ਜੀ, ਇੱਕ ਗੱਲ ਹੋਰ, ਜਿਹੜਾ ਪਰਾਲੀ ਦਾ ਕਾਨੂੰਨ ਆ ਉਹ ਉਦੋਂ ਲਿਆਂਦਾ ਗਿਆ ਜਦੋਂ ਇਹ ਅੰਦੋਲਨ ਪੂਰੇ ਸਿਖਰ 'ਤੇ ਸੀਗਾ, ਪੰਜਾਬ 'ਚ ਵਿਰੋਧ ਹੋ ਰਿਹਾ ਸੀ ਤੇ ਉਹ ਲਿਆਂਦਾ ਵੀ ਇਦਾਂ ਗਿਆ ਜਿੱਦਾਂ ਉਹਦਾ ਕੋਈ ਤੁਕੇ ਨਹੀਂ ਬਣਦੀ। 1 ਕਰੋੜ ਰੁਪਇਆ ਜੁਰਮਾਨਾ, ਤੁਹਾਨੂੰ ਲੱਗਦਾ ਇਹ ਕਿਸਾਨ ਕੋਲ ਕਿਸੇ ਕੋਲ 1 ਕਰੋੜ ਰੁਪਇਆ ਹੋਊਗਾ, ਕਦੇ ਦੇਖਿਆ ਹੋਊਗਾ? ਕੀ ਲੱਗਦਾ ਜੀ? ਬਿਲਕੁਲ ਗਲਤ ਹੈ ਇਹ, ਕਿਉਂਕਿ ਕਿਸਾਨ ਵਿਚਾਰਾ ਮਸੀਂ ਆਪਣਾ ਰੁਜ਼ਗਾਰ ਪੂਰਾ ਕਰਕੇ ਆਪਣਾ ਅੰਨਦਾਤਾ ਬਣਿਆ ਹੋਇਆ, ਲੋਕਾਂ ਦੇ ਪੇਟ ਪਾਲਦਾ। ਇੱਕ ਕਿਸਾਨ ਕੋਲ ਮੰਨ ਲਓ 2 ਵਿਗੇ ਜਾਂ 3 ਵਿਗੇ ਜਾਂ 4 ਕਿੱਲੇ 5 ਕਿੱਲੇ ਜ਼ਮੀਨ ਹੈ, ਜੇ ਕਿਸੇ ਨੇ ਵੀ ਉਹਦੇ ਜ਼ਮੀਨ 'ਚ ਜਾ ਕੇ ਅੱਗ ਲਾ ਦਿੱਤੀ ਤਾਂ ਉਹ ਤਾਂ ਮਾਰਿਆ ਗਿਆ, ਉਹ ਕਿੱਥੋਂ 1 ਕਰੋੜ ਕਿੱਥੋਂ ਦੇਊਗਾ? ਉਹ ਤਾਂ ਸਿਰਫ ਉਹਦਾ ਘਾਣ ਕੀਤਾ ਗਿਆ ਇਹਨਾਂ ਨੇ ਕਹਿ ਕੇ। ਇਸ ਲਈ ਜਿਹੜਾ ਕਾਨੂੰਨ ਸੀ ਇਹ ਬਹੁਤ ਸਰਕਾਰਾਂ ਦੀ ਇੱਕ ਨੀਤੀ ਰਹੀ ਆ, ਅਕਸਰ ਜਦੋਂ ਅੰਦੋਲਨ ਹੁੰਦੇ ਨੇ ਸਰਕਾਰਾਂ ਦੇ ਨੁਮਾਇੰਦੇ ਆਪ ਵੀ ਇਹ ਬਿਆਨ ਦੇ ਰਹੇ ਨੇ ਵੀ ਜੇ ਕੋਈ ਵਿਰੋਧ ਕਰ ਰਿਹਾ, ਕੋਈ ਕਾਨੂੰਨ ਲਿਆਂਦੇ ਗਏ ਨੇ, ਕਿਸਾਨ ਲਾ ਲਓ ਜਾਂ ਕੋਈ ਹੋਰ ਕੋਈ ਵਰਗ ਵਿਰੋਧ ਕਰ ਰਿਹਾ ਏ, ਜੇ ਉਹਦੀਆਂ 10 ਮੰਗਾਂ ਨੇ ਉਹਨਾਂ 'ਚੋਂ 5 ਮੰਨ ਲਓ, ਇੰਨੀ 'ਚ ਉਹ ਖੁਸ਼ੀ ਘਰ ਨੂੰ ਚਲੇ ਜਾਂਦੇ ਸੀਗੇ। ਤੁਹਾਨੂੰ ਨਹੀਂ ਲੱਗਦਾ ਇਹ ਕਾਨੂੰਨ ਉੱਦਾਂ ਹੀ ਇੱਕ ਲੋਲੀਪੌਪ ਆ? ਲੋਲੀਪੌਪ ਮੈਂ ਪਹਿਲਾਂ ਹੀ ਕਹਿ ਕੇ ਟਾਈਮ ਸੁਣੇ ਲੋਲੀਪੌਪ ਹੈ, ਕਿਉਂਕਿ 7-8 ਜਿਹੜੇ ਕਾਨੂੰਨ ਨੇ
ਨੇ ਉਹਨਾਂ ਵਿੱਚੋਂ 2 ਦੇਤੇ ਆਪਾਂ ਨੇ ਕਿਹਾ ਵੀ ਲਓ ਜੀ ਬੱਚੇ ਜਿਵੇਂ ਆਪਾਂ ਟੌਫੀ ਦੇ ਦਿੰਦੇ ਆ ਵੀ ਲੈ ਤੈਨੂੰ ਟੌਫੀ ਦੇ ਦਿੱਤੀ ਤੂੰ ਉੱਥੇ ਚੱਲੇ ਆ ਜਾ ਘਰ ਨੂੰ। ਇਹ ਸਿਰਫ ਇੱਕ ਸੈਂਟਰ ਸਰਕਾਰ ਦੀ ਜਾਂ ਕੋਈ ਵੀ ਸਰਕਾਰ ਆਪਾਂ ਲਾ ਲਈਏ ਤਾਂ ਉਹਦੀ ਇੱਕ ਚਾਲ ਹੁੰਦੀ ਹੈ, ਕਿਉਂਕਿ ਇਹਦੇ ਵਿੱਚੋਂ ਕੁਝ ਅਸੀਂ ਲੋਕਾਂ ਨੂੰ ਪਾੜੀਏ, ਕੁਝ ਲੋਕਾਂ ਨੂੰ ਕੁਝ ਦੇ ਕੇ ਉਹਨਾਂ ਨੂੰ ਘਰ ਨੂੰ ਮੋੜੀਏ ਤਾਂ ਕਿ ਲੋਕ ਸਾਡੇ ਖਿਲਾਫ ਜਿਹੜਾ ਸਟਰਗਲ ਨਾ ਕਰ ਸਕਣ। ਇੱਥੇ ਕਿਹਾ ਜਾ ਰਿਹਾ ਇੱਥੇ ਤਾਂ ਖਾਲਿਸਤਾਨੀ ਆਏ ਵੇ ਨੇ, ਪਾਕਿਸਤਾਨੀ ਆਏ ਵੇ ਨੇ, ਜਾਂ ਕਿਹਾ ਜਾ ਰਿਹਾ ਦੇਸ਼ ਵਿਰੋਧੀ ਤਾਕਤਾਂ ਇਹਨਾਂ ਨੂੰ ਫੰਡਿੰਗ ਕਰ ਰਹੀਆਂ ਨੇ। ਇਹ ਲੋਕ ਤਾਂ ਬੈਠੇ ਨੇ ਦੇਸ਼ ਦੀ ਆਰਥਿਕ ਹਾਲਤ ਕਮਜ਼ੋਰ ਕਰਨ ਲਈ। ਬਿਲਕੁਲ ਕਰਨ ਲਈ, ਪਰ ਜਿਹੜੇ ਅੱਤਵਾਦੀਆਂ ਜਾਂ ਆਤੰਕਵਾਦੀਆਂ ਦਾ ਇਹਨਾਂ ਨੂੰ ਰੁਤਬਾ ਦਿੱਤਾ ਹੈ, ਜੇ ਸਾਰਾ ਪੰਜਾਬ ਹੀ ਆਤੰਕਵਾਦੀ ਹੋਗਾ ਫਿਰ ਤਾਂ ਦਿੱਲੀ ਖਤਮ ਹੈ, ਫਿਰ ਤਾਂ ਦਿੱਲੀ ਨੂੰ ਇੱਥੇ ਕੋਈ ਬਚਾ ਨਹੀਂ ਸਕਦਾ। ਇਸ ਲਈ ਇਹ ਤਾਂ ਇੱਕ ਅੰਨਦਾਤਾ ਨੇ ਜਿਹੜੇ ਲੋਕਾਂ ਦਾ ਪੇਟ ਪਾਲਦੇ ਨੇ, ਇਹਨਾਂ 'ਚ ਕੋਈ ਆਤੰਕਵਾਦੀ ਕਹਿਣਾ ਜਾਂ ਬੜੀ ਗੱਲ ਹੈ ਜੀ। ਜਿੱਦਾਂ ਬੀਜੇਪੀ ਵੱਲੋਂ ਇੱਕ ਕਿਸ਼ਨ ਸੂਦ ਨੇ, ਉਹਨਾਂ ਦੇ ਘਰ ਦੇ ਅੱਗੇ ਕਿਸਾਨ ਵੱਲੋਂ ਗੋਹੇ ਦੀ ਟਰਾਲੀ ਲਾਈ ਗਈ ਆ। ਉਹਨੇ ਬਿਆਨ ਦਿੱਤਾ ਸੀਗਾ ਵੀ ਕਿਸਾਨ ਤਾਂ ਦਿੱਲੀ ਦੀਆਂ ਸਰਹੱਦਾਂ ਤੇ ਪਿਕਨਿਕ ਮਨਾ ਰਹੇ ਨੇ, ਮौज ਮਸਤੀਆਂ ਕਰ ਰਹੇ ਨੇ। ਨੌਜਵਾਨਾਂ ਨੇ ਉਸਦੇ ਵਿਰੋਧ ਵਿੱਚ ਉਸਦੇ ਘਰ ਦੇ ਅੱਗੇ ਗੋਹੇ ਦੀ ਟਰਾਲੀ ਲਾਹੀ, ਉਹਦੇ ਤੇ 307 ਦਾ ਪਰਚਾ ਦਰਜ ਕੀਤਾ ਗਿਆ, ਚੋਰੀ ਦਾ ਪਰਚਾ ਦਰਜ ਕੀਤਾ ਗਿਆ। ਤੁਹਾਨੂੰ ਲੱਗਦਾ ਇਹ ਗੋਹੇ ਨਾਲ ਕੋਈ ਬੰਬ ਤਾਂ ਨਹੀਂ ਸਿੱਟਿਆ ਉਹਨਾਂ ਨੇ, ਕੋਈ ਗੋਹੇ ਦੀ ਸਮੈਲ ਨਾਲ ਕੋਈ ਬੰਦਾ ਮਰ ਜੂ? ਬਿਲਕੁਲ ਗਲਤ ਹੈ ਜੀ। ਗੋਹੇ ਨਾਲ ਅਸੀਂ ਗੋਹੇ ਵਿੱਚ ਹੀ ਰਹਿੰਦੇ ਹਰ ਵੇਲੇ, ਗੋਹੇ ਦਾ ਕੰਮ ਕਰਦੇ ਆ ਕਿਸਾਨ। ਪੰਜਾਬ ਸਰਕਾਰ ਕਹਿ ਰਹੀ ਆ ਅਸੀਂ ਕਿਸਾਨਾਂ ਦੇ ਹਿਦੈਸੀ ਆ ਤੇ ਕੈਪਟਨ ਦੀ ਖਾਕੀ ਇਹ ਕੰਮ ਕਰ ਰਹੀ ਆ, ਕਿਸਾਨਾਂ ਤੇ ਪਰਚੇ ਦਰਜ ਕਰ ਰਹੀ ਹੈ। ਇੱਕ ਗੋਹਾ ਸਿੱਟਣ ਦੇ ਕਾਰਨ 307 ਦਾ ਪਰਚਾ ਦਰਜ ਕੀਤਾ ਗਿਆ। ਜਿਹੜੀ ਪੰਜਾਬ ਸਰਕਾਰ ਆ ਉਹ ਇੱਕ ਤੁਹਾਨੂੰ ਦਿਖਾਵਾ ਕਰਦੀ ਹੈ ਜੀ। ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਹੈ, ਪਰ ਬਿਲਕੁਲ ਨਹੀਂ ਹੈ ਨਾਲ, ਤੁਹਾਡੇ ਅੰਦਰੋਂ ਕਿਤੇ ਉਹ ਜਿਹੜੀ ਉਹ ਬੀਜੇਪੀ ਦੇ ਨਾਲ ਹੀ ਹੈ। ਜੀ ਜੀ। ਸਾਡੇ ਨਾਲ ਹੋਰ ਵੀ ਕਿਸਾਨ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਨਾਮ ਹੈ ਜੀ? ਦਰਸ਼ਨ ਸਿੰਘ ਜੀ। ਦਰਸ਼ਨ ਸਿੰਘ ਜੀ, ਕਿਸ ਤਰ੍ਹਾਂ ਦੇਖ ਰਹੇ ਹੋ ਜੋ ਸੈਂਟਰ ਸਰਕਾਰ ਦਾ ਰਵੱਈਆ ਏ? ਪੂਰਾ ਵਰਗ ਆਲ ਵਰਲਡ ਕਹਿ ਰਿਹਾ ਵੀ ਨਹੀਂ ਧੱਕਾ ਹੋ ਰਿਹਾ ਕਿਸਾਨਾਂ ਨਾਲ, ਮੋਦੀ ਨੂੰ ਇਹ ਗੱਲਾਂ ਮੰਨ ਲੈਣੀਆਂ ਚਾਹੀਦੀਆਂ ਨੇ, ਪਰ ਮੋਦੀ ਦਾ ਅੜੀਅਲ ਰਵੱਈਆ ਕਿਸ ਤਰ੍ਹਾਂ ਦੇਖਦੇ ਹੋ? ਗੱਲ ਤਾਂ ਹੈ ਜੀ, ਦੇਖੋ ਜਿਹੜੇ ਬੀਜੇਪੀ ਆ ਸਰਕਾਰ, ਇਹ ਤਾਂ ਇਹ ਕਹਿ ਰਹੀ ਆ ਵੀ ਜਿਹੜੇ ਉਰੇ ਕਿਸਾਨ ਹੀ ਨਹੀਂ ਹੈਗੇ ਜੀ, ਵੀ ਇਹ ਤਾਂ ਆਮ ਲੋਕ ਨੇ ਤੁਰਦੇ ਫਿਰਦੇ ਘੁੰਮਣ ਆ ਰਹੇ। ਇਹ ਸਿਰਕਸ਼ਨ ਸੂਦ ਆ ਜਿਹੜਾ ਹੁਸ਼ਿਆਰਪੁਰ ਤੋਂ ਬੀਜੇਪੀ ਦਾ ਸਾਬਕਾ ਮੰਤਰੀ, ਉਹਦਾ ਤੁਸੀਂ ਗੱਲ ਬਿਆਨ ਵੀ ਸੁਣਿਆ ਹੋਣਾ। ਉਹਨੇ ਕਿਹਾ ਵੀ ਜਿਹੜੇ ਇੱਥੇ ਲੋਕ ਦਿੱਲੀ ਆ ਰਹੇ ਨੇ ਉਹ ਸਾਰੇ ਇੱਥੇ ਪਿਕਨਿਕ ਮਨਾਉਣ ਆ ਰਹੇ ਨੇ, ਕੋਈ ਉਹਨਾਂ 'ਚੋਂ ਕਿਸਾਨ ਨਹੀਂ ਹੈਗਾ। ਉਹਦੀ ਵਿਰੋਧਤਾ ਕਰਕੇ ਅੱਜ ਕਿਸਾਨਾਂ ਨੇ ਇਕੱਠੇ ਹੋ ਕੇ ਉਹਦੇ ਘਰੇ ਮੂਹਰੇ ਗੋਹੇ ਦੀ ਟਰਾਲੀ ਸਿੱਟੀ ਆ। ਜਦ ਇਹ ਗੋਹੇ ਨੂੰ ਤਾਂ ਕਹਿੰਦੇ ਨੇ ਵੀ ਜਿਹੜਾ ਇਹ ਗੋਹਾ ਜਾਂ ਗਊ ਮੂਤਰ ਆ ਇਹ ਕੋਹੇ ਨੂੰ ਹੀਰੋ ਨੂੰ ਵੀ ਉੱਪਰਦੀ ਆ। ਜੇ ਉਹਨਾਂ ਦੇ ਘਰ ਦੇ ਮੂਹਰੇ ਗੋਹਾ ਸਿੱਟ ਵੀ ਦਿੱਤਾ ਤਾਂ ਉਹਨੂੰ ਕੋਹਾ ਨੂੰ ਹੀਰਾ ਸਮਝਦੇ ਨੇ, ਤਾਂ ਉਹਦਾ ਕੋਈ ਇਤਰਾਜ਼ ਨਹੀਂ ਕਰਨਾ ਚਾਹੀਦਾ। 307 ਦਾ ਪਰਚਾ ਦਰਜ ਕੀਤਾ ਗਿਆ ਜੀ। 307 ਬੰਬ ਸਿੱਟਦਾ ਕਿਸੇ ਦੇ ਘਰੇ, ਉਦਾਂ ਦੇ ਪਰਚੇ ਹੁੰਦੇ ਨੇ। ਇਰਾਦਾ ਕਤਲ ਦਾ ਪਰਚਾ ਕੀਤਾ ਗਿਆ। ਤੁਹਾਨੂੰ ਲੱਗਦਾ ਇਹ ਗੋਬਰ ਦੇ ਮੁਸਕ ਨਾਲ ਕੋਈ ਬੰਦਾ ਮਰ ਜੂਗਾ ਜਾਂ ਉਹਦੇ ਘਰ 'ਚ ਕੋਈ ਨੁਕਸਾਨ ਹੋ ਜੂਗਾ? ਨਹੀਂ, ਅਸੀਂ ਸਾਰੇ ਜ਼ਿਮੀਂਦਾਰ ਬੰਦੇ ਆ, ਤੁਸੀਂ ਵੀ ਹੋ, ਵੀ ਆਪਾਂ ਸਾਰੀ ਦਿਹਾੜੀ ਇਹ ਡੰਗਰਾਂ 'ਚ ਰਹਿੰਦੇ ਆ। ਇਹ ਡੰਗਰਾਂ ਦੇ ਗੋਹੇ ਨਾਲ ਦੁਨੀਆ ਮਰਨ ਲੱਗੀ, ਫੇਰ ਤਾਂ ਸ਼ਹਿਰਾਂ ਦੇ ਵਿੱਚ ਡੰਗਰ ਰੱਖੇ ਹੋਏ ਨੇ ਲੋਕਾਂ ਨੇ। ਇਹ ਤਾਂ ਇੱਕ ਵਿਗਾਹ ਹੈ ਜਿਹੜਾ ਕੈਪਟਨ ਆ ਉਹ ਬੀਜੇਪੀ ਨਾਲ ਰਲਿਆ ਹੋਇਆ, ਉੱਪਰੋਂ ਕਿਸਾਨਾਂ ਦੇ ਨਾਲ ਆ, ਵਿੱਚੋਂ ਬੀਜੇਪੀ ਨਾਲ ਆ। ਇਸ ਕਰਕੇ ਇਹ ਜਿਹੜੀਆਂ ਸਾਰੀਆਂ ਸਰਕਾਰਾਂ ਰਲੀਆਂ ਹੋਈਆਂ ਨੇ, ਇਹਨਾਂ ਦਾ ਮਤਲਬ ਇਹ ਆ ਵੀ ਅਸੀਂ ਕਿਸਾਨਾਂ ਨੂੰ ਕੁਛ ਨਾ ਦਈਏ, ਵੀ ਇੱਕ ਨੇ ਗੱਲਾਂ ਬਾਤਾਂ ਮਾਰ ਕੇ ਇਹਨੂੰ ਇੱਥੋਂ ਦਿੱਲੀ ਤੋਂ ਮੋੜ ਦਈਏ। ਪਰ ਹੁਣ ਅਸੀਂ 26 ਤਰੀਕ ਦੇ ਇੱਥੇ ਆਏ ਹੋਏ ਹਾਂ। ਅਸੀਂ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ, ਚਾਹੇ ਸਾਡੇ 6 ਮਹੀਨੇ ਜਾਂ ਸਾਲ ਲੱਗ ਜਾਵੇ, ਅਸੀਂ ਇੱਥੋਂ ਵਾਪਸ ਨਹੀਂ ਜਾਵਾਂਗੇ। ਸਾਰੇ ਕਾਨੂੰਨ ਰੱਦ ਕਰਾ ਕੇ ਵਾਪਸ ਮੁੜਾਂਗੇ। ਅੱਜ ਤੁਹਾਡਾ ਜੱਥਾ ਪਹੁੰਚਿਆ, ਬੀਬੀਆਂ ਵੀ ਪਹੁੰਚੀਆਂ ਨੇ, ਕਿੰਨੇ ਮੈਂਬਰ ਆਏ ਨੇ ਭਾਸੋ ਤੋਂ? ਅਸੀਂ 60-70 ਬੀਬੀਆਂ ਆਈਆਂ ਸਾਡੇ ਨਾਲ। ਅਸੀਂ ਤਾਂ ਪਹਿਲਾਂ ਉਰੀ ਤੇ ਗਏ ਤੇ 2 ਦਿਨ ਹੋ ਗਏ ਜੀ ਗਿਆ ਨੂੰ। ਅਸੀਂ 70 ਬੀਬੀਆਂ ਲੈ ਕੇ ਉਰੇ ਆਏ ਹਾਂ। ਇਹ ਵੀ ਬੀਬੀਆਂ 2 ਦਿਨ ਇੱਥੇ ਰਹਿਣਗੀਆਂ, ਪੂਰਾ ਮੋਰਚਾ ਸਾਥ ਦੇਣਗੀਆਂ ਸਾਡਾ। ਅਸੀਂ ਨਹੀਂ ਇੱਥੋਂ ਦੱਬਦੇ, ਤਿੰਨੇ ਕਾਨੂੰਨ ਵਾਪਸ ਕਰਕੇ ਮੁੜਾਂਗੇ, ਇਹ ਮੁੜਦੇ ਨਹੀਂ ਹੈਗੇ। ਸਰਕਾਰ ਦੀ ਤਾਂ ਇਹ ਸੋਚਣੀ ਆ ਸ਼ਾਇਦ ਅੱਗੇ ਠੰਡ ਵੱਧ ਰਹੀ ਆ, ਇਹ ਬਾਰਿਸ਼ ਦਾ ਮੌਸਮ ਆ ਗਿਆ, ਹੁਣ ਇਹ ਘਰ ਨੂੰ ਭੱਜਣਗੇ, ਪਰ ਤੁਸੀਂ ਪੰਜਾਬ ਤੋਂ ਇੱਥੇ ਨੂੰ ਹੋਰ ਵੱਧਦੇ ਆਈ ਜਾਂਦੇ ਹੋ। ਅਸੀਂ ਨੇ ਆਪਣੇ ਪੱਕੇ ਮਕਾਨ ਬਣਾ ਲਏ ਇੱਥੇ ਲਾ ਕੇ ਤੰਬੂ ਪੱਕੇ, ਸਾਨੂੰ ਕੋਈ ਡਰ ਨਹੀਂ। ਅਸੀਂ ਸਾਰੀ ਦਿਹਾੜੀ ਦਾ ਖੇਤਾਂ 'ਚ ਰਹਿੰਦੇ ਆ, ਮੀਂਹਾਂ 'ਚ ਨੱਕੇ ਛੱਡਦਾ ਜਾ ਕੇ, ਸਾਨੂੰ ਇਹ ਮੀਂਹ ਕੀ ਕਹੂਗਾ। ਹਾਂ, ਇਸ ਕਰਕੇ ਅਸੀਂ ਦੱਬਦੇ ਨਹੀਂ ਹੈਗੇ ਵੀ ਜਿੰਨੀ ਮਰਜ਼ੀ ਸਰਕਾਰ ਜ਼ੋਰ ਲਾ ਲਵੇ, ਅਸੀਂ ਕਾਨੂੰਨ ਵਾਪਸ ਹੋ ਕੇ ਵਾਪਸ ਮੁੜਾਂਗੇ ਜੀ। ਸਾਡੇ ਨਾਲ ਹੋਰ ਵੀ ਕਿਸਾਨ ਨੇ। ਸਤਿ ਸ਼੍ਰੀ ਅਕਾਲ ਜੀ। ਅਮਰਜੀਤ ਸਿੰਘ ਨੇ ਸਾਡੇ ਨਾਲ ਭਾਸੋ ਤੋਂ। ਹਾਂਜੀ, ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਜੋ ਸੈਂਟਰ ਸਰਕਾਰ ਦਾ ਰਵੱਈਆ ਹੈ? ਦੇਖੋ ਅੜੀ ਵਾਲਾ ਰਵੱਈਆ ਜੀ, ਕਿਸ ਤਰ੍ਹਾਂ ਦੇਖਦੇ ਹੋ ਜੀ? ਅੜੀ ਵਾਲਾ ਰਵੱਈਆ ਜੀ, ਇਹਨਾਂ ਮਾਰੂ ਦਿੱਤੀਆਂ ਨੇ ਜੀ। ਹਾਂਜੀ, ਮਾਰੂ ਦਿੱਤੀਆਂ ਸਰਕਾਰ, ਜ਼ਿਮੀਂਦਾਰਾਂ ਨੂੰ ਮਾਰ ਰਹੀ ਹੈ ਜੀ। ਦਿਨ ਰਾਤ ਮਿਹਨਤ ਕਰਦੇ ਨੇ ਜ਼ਿਮੀਂਦਾਰ, ਪਾਲੇ ਦਾ ਇਹਨਾਂ ਨੂੰ ਕੀ ਕਹਿੰਦਾ, ਪਾਲਾ 24 ਘੰਟੇ ਪਾਲੇ 'ਚ ਰਹਿੰਦੇ ਅਸੀਂ ਤਾਂ। ਦਿਨ ਰਾਤ ਜਿੱਥੇ ਮਰਜ਼ੀ ਫਿਰੀਏ, ਸਾਨੂੰ ਪਾਲੇ ਦਾ ਕੋਈ ਪਰਵਾਹ ਨਹੀਂ ਜੀ। ਇਹ 6 ਮਹੀਨੇ ਲੱਗੇ, ਸਾਲ ਲੱਗੇ, 2 ਸਾਲ ਲੱਗੇ, 5 ਸਾਲ ਲੱਗਣੇ, ਛੇਤੀ ਰਹਾਂਗੇ ਜਾਂ ਲੜ ਕੇ ਜਾਵਾਂਗੇ, ਕੈਂਸਲ ਕਰਾ ਕੇ ਜਾਵਾਂਗੇ।
4 ਤਰੀਕ ਦੀ ਮੀਟਿੰਗ ਰੱਖੀ ਗਈ ਆ, ਕੀ ਲੱਗ ਰਿਹਾ ਹੈ 4 ਤਰੀਕ ਨੂੰ ਮੀਟਿੰਗ ਚੋਂ ਕੀ ਸਿੱਟੇ ਨਿਕਲਣਗੇ? ਇਹਨਾਂ ਨੇ ਵੀ ਕੋਈ ਕਰਨਗੇ ਇਹ ਵੀ ਇਹ ਦੂਏ ਰੋਡ 2 ਬਿੱਲ ਕਹਤੇ ਉਹ ਮੌਕੇ ਤੇ ਥੋਪਤੇ ਇਹਨਾਂ ਨੇ ਵੀ ਆਹ ਬਿੱਲ ਲੱਗੇ, ਪਰ ਉਹਨਾਂ ਦਾ ਅਸੀਂ ਮੰਨਦੇ ਨਹੀਂ ਵੀ ਇਹ ਕਰਨਗੇ, ਕਰਦੇ ਜਿਹਦੇ ਨਹੀਂ ਇਹ ਲੱਲੂ ਬਾਬ ਦਿੰਦੇ ਨੇ ਸਾਨੂੰ। ਸਾਡੇ ਨਾਲ ਹੋਰ ਵੀ ਨੇ। ਹਾਂਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਗੁਰਫਤਿਹ ਸਿੰਘ ਖਹਿਰਾ ਜੀ। ਗੁਰਪ੍ਰੀਤ ਸਿੰਘ ਖਹਿਰਾ। ਕਿਸ ਤਰ੍ਹਾਂ ਦੇਖ ਰਹੇ ਹੋ ਜੋ ਮੋਦੀ ਸਰਕਾਰ ਦਾ ਰਵੱਈਆ ਹੈ? ਤੁਸੀਂ ਵੀ ਉਰੇ ਆਏ ਹੋ, ਨਾਅਰੇਬਾਜ਼ੀ ਕਰ ਰਹੇ ਹੋ, ਕੀ ਲੱਗ ਰਿਹਾ ਹੈ? ਸਾਨੂੰ ਜਿੰਨੇ ਵੀ ਕਾਲੇ ਕਾਨੂੰਨ ਨੇ ਰੱਦ ਕਰ ਦੇ ਮੋਦੀ। ਜਦ ਤੱਕ ਮੋਦੀ ਕਾਨੂੰਨ ਵਾਪਸ ਨਹੀਂ ਲੈਂਦਾ ਅਸੀਂ ਸਾਰੇ ਉਰੀ ਰਹਾਂਗੇ। ਉਰੀ ਅਸੀਂ ਕਲਾਸਾਂ ਲਾਵਾਂਗੇ ਆਪਣੀ ਆਨਲਾਈਨ ਜੀ, ਉਰੀ ਰਹਾਂਗੇ। ਸਾਰਾ ਕੁਝ ਅਸੀਂ ਉਰੀ ਕਰਾਂਗੇ, ਬੈਠਾਂਗੇ, ਨਾਅਰੇਬਾਜ਼ੀ ਕਰਾਂਗੇ ਤੇ ਮੋਦੀ ਦਾ ਸਿਆਪਾ ਵੀ ਕਰਾਂਗੇ ਉਰੀ। ਹਾਂਜੀ, ਇਹ ਸਨ ਨੰਨੇ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਹੀ ਰਹਾਂਗੇ, ਆਪਣੀਆਂ ਆਨਲਾਈਨ ਕਲਾਸਾਂ ਵੀ ਇੱਥੇ ਹੀ ਲਵਾਂਗੇ ਤੇ ਇਹ ਕਾਲੇ ਕਾਨੂੰਨ ਨੇ ਜਿਹੜੇ ਰੱਦ ਕਰਵਾ ਕੇ ਹੀ ਜਾਵਾਂਗੇ। ਤੇ ਹੋਰ ਵੀ ਕਿਸਾਨ ਨੇ। ਹਾਂਜੀ, ਕੀ ਨਾਮ ਹੈ ਜੀ ਆਪਣਾ? मेरा नाम सेवा सिंह आर्य है जी। ਕਿਹੜੀ ਜਗ੍ਹਾ ਤੋਂ? मैं हरियाणा का हूँ। ਹਰਿਆਣੇ ਤੋਂ। ਉਹ ਤਾਂ ਕਹਿ ਰਹੇ ਨੇ ਮੁੱਠੀ ਭਰ ਪੰਜਾਬ ਦੇ ਕਿਸਾਨ ਨੇ। नहीं, हरियाणा के किसान तो दिल्ली के चारों तरफ पड़े हुए हैं। कौन कहता है मुट्ठी भर किसान है? एक इसी बॉर्डर पे, मतलब इस बॉर्डर पे हम 50-50 हैं। पीछे जाकर के देखोगे यदि इस आंदोलन के, तो हरियाणा ही हरियाणा दिखाई देगा। आगे आगे पंजाब अगले का नहीं बैठा हुआ, तो पीछे सारा हरियाणा बैठा है। टिकरी बॉर्डर पे बैठा हुआ है, पलवल बॉर्डर पे बैठा हुआ है, इस पे अपना जयपुर वाला जो उस पे बैठा हुआ है। वहाँ पे आप देख रहे होगे रोज कुछ न कुछ होता रहता है। तो ये किसान जो आ रहे हैं ना, ये किसानों को दिखाई दे रहा है कि हमारे ये बच्चे हैं जो आने वाली हमारी जो पीढ़ी है वो नस्लें ख़त्म हो जाएंगी यदि ऐसे ऐसे कानून बनते रहे। मोदी जैसे ऐसे कानून बनाता रहा, उसने यही नहीं पता कि ये कानून बनाएगा क्या है। ये कानून एग्रीकल्चर के लिए नहीं था, ये तो दूसरा मतलब व्यापारियों के लिए कानून होना चाहिए था, लेकिन उन्होंने ये कानून हमारे किसानों के ऊपर थोप दिया। और अब किसान को समझ आ गई है। आज ये ना सोचे कि किसान किसी ढंग से मतलब लाए हुए हैं। मैं कहता हूँ कि ये जन आंदोलन बन चुका है। और जितने किसान मतलब अलग अलग हमारी वो अलग अलग ग्रुप थे ना, आज वो पिटाई हो करके एक जगह मुसल में, जैसे कि बाजरा एक ओखली में पीट करके और लस्सी जो है ना मदानी में घुमा करके घी निकाल लिया जाता है और उसका फिर तालमेल हो जाता है। आज हमारे कितने संगठन हैं, चाहे वो कर्मचारियों के संगठन हैं, अपने किसानों के जितने भी संगठन हैं, सारे इकट्ठे हो गए। उन्होंने सबने पता लग गया कि आज हम मारे जा रहे हैं, हमारा सब कुछ छीना जा रहा है। और आने वाला टाइम ऐसा आ जाएगा कि ये राजों का राज हो जाएगा। जिस प्रकार से पहले राजे हुआ करते थे, उनकी सारी जायदाद हुआ करती थी, हम तो सिर्फ उनको गाय दिया करें थे और अपने खाने के दाने ले थे, हमारे खाने के दाने भी सारे के सारे लेके चले जाएंगे। और वही आज के जो लाले जिस तरह से ये बनाने जा रहे हैं कानून, तो इसी तरह से हमारा सारा दाना छीन लिया जाएगा, किसान एक बेरोजगार हो जाएगा। और जिस दिन किसान बेरोजगार हो गया, इस देश में अराजकता फैल जाएगी। ये देश मतलब चलने लायक नहीं रहेगा। ਮੋਦੀ ਤਾਂ ਕਹਿ ਰਿਹਾ ਇਹ ਆਮਦਨ ਦੁੱਗਣੀ ਹੋ ਜੂਗੀ, ਅਸੀਂ ਕਿਸਾਨਾਂ ਦੇ ਭਲੇ ਲਈ ਇਹ ਕਾਨੂੰਨ ਲਿਆਂਦੇ ਨੇ। देखिए, मोदी जी ने कानून बनाया है। मोदी जी तो अपने कानून अपनी कचरियों ना कड़वी कोई नहीं कहता। जो दुकानदार कचरी लेके आता है, छोटी छोटी कचरी होती हैं, उनको लेके आता है, चाहे उसमें कड़वी कचरी हो, लेकिन वो नहीं कहेगा कि मेरी कड़वी है, वो कहेगा मेरी मीठी कचरी है। मोदी जी ने कानून बनाया, मोदी जी ने तो पैसे ले रखे, मोदी जी ने तो अडानी अवानी से मतलब समझौते कर रखे हैं, तो वो तो कहेगा ये कानून अच्छा है। लेकिन किसान जिसने इसको प्रयोग करना है, जिसने इस धरती पर रहना है, जिसने इस देश की खेती करनी है, तो आज मतलब वो किसान सारा का सारा दुखी है। उसने पता है कि ये हमारे लिए हानिकारक है, हम इसे लागू नहीं होने देंगे। और जब तक लागू रहेगा तब तक किसान यहाँ से जाएंगे, चाहे हरियाणा का, पंजाब, मतलब आज पूरे राष्ट्र के अंदर कहते हैं ना पंजाब हरियाणा का आंदोलन है। यूपी का कौन है भाई? यूपी के 3 बॉर्डर रुके बैठे हैं। महाराष्ट्र का, केरला का, कर्नाटका का किसान अपनी अपनी जगह 1-1 लाख आदमी अपने मतलब हेडक्वार्टरों पे या अपनी राजधानियों में बैठा हुआ है। तो ये आज जन आंदोलन बन चुका है। मोदी जिस प्रकार ऊपर चढ़ा था ना, उसी प्रकार नीचे आएगा। मतलब उसकी जो ख्याति थी, जिस प्रकार से ऊपर चढ़ी थी, उसी तरह से नीचे भी आएगा। तो इसलिए ये रास्ते जितने दिखाए, जितने किसानों ने मतलब आंदोलन चलाया, किसानों को डराया गया। एक राज होता था कि लोगों को डरा दिया जाता था, हाय भाऊ आ गया, हाय भूत आ गया। तो हमारे को कोरोना के हिसाब से डरा दिया गया, सभी को घर के अंदर बांट दिया गया। जो बाहर निकला उसको डंडे लगे, उसके लाठी लगी, उसकी चूतड़ों पर लाठी पीटे उसको, तो वो बेचारे डर गए। डरने के बाद ये किसान की हिम्मत है
कि किसानों ने इस कोरोना को भी भगाया और मोदी सरकार को भी दिल्ली के कोने में लाया। तो ये सारा का सारा ये जो जगाया ये किसानों ने जगाया है। किसान एकता एक बहुत बड़ी एकता है, चाहे वो देश के कोई से उस कोने किसान हो, किसान हम सब देश के एक हैं और एक रहेंगे और एकता की लड़ाई लड़ेंगे। ਜੀ ਜੀ ਸਾਡੇ ਨਾਲ ਨੌਜਵਾਨ ਆਗੂ ਨੇ। ਹਾਂਜੀ ਸਰ ਆ ਜਾਓ ਮਾਸਟਰ ਜੀ। ਹਾਂਜੀ ਕੀ ਨਾਮ ਹੈ ਜੀ? ਮਨੋਹਰ ਸਿੰਘ ਹੈ ਜੀ ਮੇਰਾ ਨਾਮ। ਮਾਸਟਰ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਬੱਚਿਆਂ ਨੂੰ ਸਿੱਖਿਆ ਦਿੱਤੀ ਆ, ਅੱਗੇ ਤੁਹਾਡਾ ਜ਼ਿੰਦਗੀ ਦਾ ਤਜਰਬਾ ਵੀ ਆ, ਅੱਜ ਜੋ ਅੰਦੋਲਨ ਹੋ ਰਿਹਾ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਇਹ ਜੋ ਜੀ ਭਾਰਤ ਸਰਕਾਰ ਨੇ ਕਾਲੇ ਕਾਨੂੰਨ ਲੈ ਕੇ ਆਂਦੇ ਆ ਜੀ ਇਹ ਬਹੁਤ ਮਾੜੇ ਕਾਨੂੰਨ ਆ ਜੀ। ਹੁਣ ਦੇਖੋ ਤੁਸੀਂ ਸਰਕਾਰ ਤਾਂ ਕਹਿੰਦੀ ਹੈ ਜੀ ਅਸੀਂ ਇਹਨਾਂ ਵਾਸਤੇ ਬਹੁਤ ਵਧੀਆ ਕਾਨੂੰਨ ਲੈ ਕੇ ਆਏ ਆ, ਪਰ ਕਿਸਾਨ ਕਹਿੰਦੇ ਸਾਡੇ ਲਈ ਤਾਂ ਇਹ ਬਹੁਤ ਮਾੜੇ ਆ। ਜੇ ਤੁਹਾਨੂੰ ਕੋਈ ਚੀਜ਼ ਦੇਣੀ ਚਾਹੇ ਤੁਸੀਂ ਕੋਈ ਮੈਂ ਤਾਂ ਲੈਣੀ ਨਹੀਂ, ਫਿਰ ਤੁਸੀਂ ਕੀ ਕਰੋਗੇ ਜੀ ਦੱਸੋ? ਵਾਪਸੀ ਕਰੋਗੇ ਨਾ? ਤੁਸੀਂ ਧੱਕੇ ਨਾਲ ਕਿਉਂ ਦੇ ਰਹੇ ਹੋ ਉਹਨਾਂ ਨੂੰ? ਉਹ ਤਾਂ ਕਹਿ ਰਹੇ ਨੇ, ਮੋਦੀ ਭਗਤ ਕਹਿ ਰਹੇ ਨੇ ਵੀ ਚਾਹੇ ਕੁਝ ਹੋ ਜਾਏ ਰੱਦ ਨਹੀਂ ਹੋਊਗੀ। ਉਹ ਅਡਾਨੀ ਵਾਨੀ ਵਾਸਤੇ ਕਹਿ ਰਿਹਾ ਨਾ ਕਿ ਉਹ ਕਿਸਾਨਾਂ ਵਾਸਤੇ ਕਰ ਰਿਹਾ ਸਾਰਾ ਕੁਝ, ਠੀਕ ਹੈ ਨਾ ਜੀ। ਹੁਣ ਇਸ ਲਈ ਕਿਸਾਨ ਬੈਠੇ ਨੇ ਇੰਨੇ ਦਿਨ ਦੇ ਉਦਣ ਦੇ ਕਿਤੇ ਮੋਦੀ ਨੂੰ ਦਿਸ ਨਹੀਂ ਰਹੇ ਤੇ ਉਹ ਅੱਜ ਆ ਕੇ ਉਹ ਗੱਲ ਕਰੇ ਆਪਣੇ ਢਕਲ ਦਿੰਦਾ ਬੰਦਿਆਂ ਨੂੰ ਤੇ ਅਫਸਰਾਂ ਨੂੰ ਢਕਲ ਦਿੰਦਾ, ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਖੇਤੀ ਕੀ ਚੀਜ਼ ਆ। ਜਦੋਂ ਖੇਤੀਬਾੜੀ ਬਾਰੇ ਜਾਣਦੇ ਹੀ ਕੁਝ ਨਹੀਂ ਹੈ। ਉਹਨਾਂ ਨੇ ਬਹੁਤ ਸਮਝਾਇਆ ਸਾਡੇ ਕਿਸਾਨਾਂ ਨੇ, ਫਿਰ ਜਵਾਬ ਦਿੰਦੇ ਸਵਾਦ ਤਾਂ ਸੀ, ਠੀਕ ਹੈ ਨਹੀਂ, ਉਹਨਾਂ ਨੂੰ ਕੋਈ ਜਵਾਬ ਨਹੀਂ ਆਉੜਿਆ ਹੈਗਾ। ਇਸ ਲਈ ਇਹ ਜਿਹੜੇ ਕਾਨੂੰਨ ਜਿਹੜੇ ਬਣਾਏ ਨੇ ਇਹਨਾਂ ਨੂੰ ਵਾਪਸ ਲੈਣੇ ਪੈਣਗੇ ਤੇ ਹਰ ਹਾਲਤ 'ਚ ਲੈਣੇ ਪੈਣਗੇ। ਹੁਣ ਤਾਂ ਇਹ ਇੱਕ ਸਿਰਫ ਅੱਜ 4 ਤਰੀਕ ਨੂੰ ਤੁਸੀਂ ਦੇਖਦੇ ਹੋ ਸੁਪਰੀਮ ਕੋਰਟ ਦੀ ਹੈਗੀ ਆ ਜਿਹੜੀ ਉਹ ਛੁੱਟੀਆਂ ਖਤਮ ਹੋ ਰਹੀਆਂ ਨੇ, ਉਹ ਆ ਜਾਣ ਉਹਦੀ ਆੜ ਦੇ ਵਿੱਚ ਨਾ, ਕਿਉਂਕਿ ਹੁਣ ਬੇਸ਼ਰਮੀ ਦਾ ਮਾਰਿਆ ਵਾਪਸ ਨਹੀਂ ਲੈਣਾ ਕਰ ਸਕਦਾ, ਉਹਦੀ ਆੜ 'ਚ ਇਹਨਾਂ ਨੂੰ ਵਾਪਸ ਲੈਣੇ ਹੀ ਪੈਣੇ ਆ, ਹਰ ਹਾਲਤ ਦੇ ਵਿੱਚ ਲੈਣੇ ਪੈਣੇ ਜੀ। ਧੰਨਵਾਦ ਜੀ। ਹਾਂਜੀ ਕੀ ਨਾਮ ਹੈ ਜੀ? जयदीप जयदीप कहाँ से है? सोनीपत हरियाणा। किस तरह देख रहे हो? हर एक वर्ग कह रहा है कि गलत है, कानून रद्द कर देने चाहिए ने, पर मोदी सरकार कह रही है किसानों की आमदन दुगनी हो। किसानों के लिए भले के लिए बोला ना, जो भी कानून बनता है उससे पहले स्टैंडिंग कमेटी के पास भेजा जाता है। क्या भेजा हो? पास कैसे किया ऑर्डिनेंस? जब पूरे देश में लॉकडाउन लागू हुआ था, मतलब कर्फ्यू लगा हुआ था, 5 आदमी ज़्यादा इकट्ठे नहीं हो सकते थे, जेल में डाल दिए जाते। उस टाइम पे ले गए हैं, क्यों लेके आए? क्योंकि कोई भी सवाल जवाब नहीं कर सकेगा। फिर पार्लियामेंट किस लिए है? डिबेट डिस्कशन के लिए। एक एक उसके छोटे छोटे पॉइंट पे भी बहस होती है, जब जाके पास होता है। पार्लियामेंट में कैसे पास किया था राज्यसभा में बाई वॉइस वोट, सबको पता है। फिर प्रेसिडेंट के सेंटर मिल गई, उन्हीं का है वो। तो बात क्या है कि जब हमारे से रिलेटेड कुछ भी लेके आ रहे हैं तो हमसे बात तो करो, स्टेक होल्डर होते हैं उस चीज़ के, किसान से बात करो। आप जी जबरदस्ती देखा जाए चलो पास हो गया जिदा भी किया, पर अज अंदोलन खड़ा हो गया। अज हर एक वर्ग कह रहा नहीं गलत है, कानून रद्द होने चाहिए ने, पर वो कह रहे हैं नहीं असी रद्द नहीं करने। अड़ी वाला रवैया लोगों की बनाई गई सरकार अज लोगों की गल नहीं सुन रही। सुन लेंगे ना। कबीरदास जी ने 500 साल पहले कहा था कि धीरे धीरे रे मना धीरे सब कुछ होए, माली सींचे 100 गड़ा ऋतु आए फल सोए। 4 डिमांड थी, मतलब एजेंडा में 2 डिमांड मानी, वो माइनर है, वो मैटर नहीं करती थी कुछ हद तक के लिए, लेकिन मेजर डिमांड है वो 4 तारीख को बात होगी। हम आशा करते हैं कि सोल्यूशन निकलेगा, लेकिन अब तक हटे, यहाँ तक हम हटने वाले नहीं हैं। कोई किसी ने कहा था कि हार हो जाती है जब मान लिया जाता है और जीत होती है जब ठान लिया जाता है। हम तो ठान के बैठे हैं, 40 से ज़्यादा शहीद हो चुके हैं, हम हटने वाले नहीं हैं, यहाँ चढ़ जाने वाले नहीं हैं, उखड़ जाएंगे। बात क्या है कि मतलब ये भटकाने वाली बात कर रहे हैं, जैसे कभी एस ऑयल का मुद्दा उठाते हैं। जब हमारी ज़मीनें नहीं पानी का क्या करेंगे हम? दूसरी बात 1977 में डिसीजन आ गया था कि 214 किलोमीटर की एस ऑयल कैनाल बनानी है। 1980 में हरियाणा ने अपनी साइड की बना ली थी। 1998 से 2004 तक अटल जी की सरकार रही, 2014 से इनकी है। सेंटर के अंदर बात कर रहा हूँ, अकाली इनके साथ रहा है, उनकी सरकार रही। हरियाणा में 6 साल जिनकी, कौन रोक रहा? भाई सरकार तुम ये बना लो, फिर मार लो गोली, कौन खड़ा है? समझ रहे हो? ये भटकाने वाली बात हो रही है। कभी आतंकवादी पाकिस्तानी बोल रहे हैं, खालिस्तानी बोल रहे हैं। तो राणा जी ने कहा था कि डिवाइड एंड रूल कर रहे हैं ना, अंग्रेजों ने यही किया था, ये भी यही कर रहे हैं कि बांट दिया इस धरती को, क्या चांद सितारों का होगा, नदियों के कुछ नाम लिखे बहती धारों का क्या होगा? क्योंकि गंगा भी पानी है, आबे जमजम भी पानी है, मुल्ला भी पिए पंडित भी पिए, पानी का मतलब क्या होगा? उन फिरका प्रस्तों से पूछो, क्या सूरज अलग बनाओगे? एक ही हवा में सांसा सब किया हवा भी नहीं बनाओगे। नस्लों का जो करे बंटवारा रबर काम का ढोंगी है। क्या खुदा ने मंदिर तोड़ी थी या राम ने मस्जिद तोड़ी है? तो मंदिर मस्जिद बनवा रहे हैं, हिंदू मुसलमान कर रहे हैं, मूर्तियाँ बनवा रहे हैं, और क्या कर रहे हैं? पर अज तो सब एक हो गए, होना पड़ेगा जी। देश की 70% पॉपुलेशन डायरेक्टली और इनडायरेक्टली एग्रीकल्चर पर डिपेंड है। एग्रीकल्चर में हॉर्टिकल्चर, फिशरी, पोल्ट्री और लाइव स्टॉक भी आता है। तो 100 में से 17 आदमी डिपेंड हैं, तो उनको एक कानून बना दो, लीगल बना दो।
मैं थोड़ा सा एक स्टेप आगे जा रहा हूँ, फंडामेंटल बना दो ना आप। पार्ट 3 ऑफ इंडियन कॉन्स्टिट्यूशन वो बोलता है कि फंडामेंटल राइट होंगे, 12 से 36 तक आर्टिकल है उसमें। अगर उसका भी कोई भी हनन करेगा तो डायरेक्ट सुप्रीम कोर्ट में जा सकता है। तब 100 में से 70 लोगों को रोजगार मिल रहा है, घर पे बैठ के मिल रहा है। ये बोल रहे हैं नौकरियां बनाएंगे, शहरीकरण आएगा, अर्बनाइजेशन होगा, घर में यहाँ शहरों में लाएंगे, नौकरी रोजगार देंगे। ये जो झोपड़ी वाले किस लिए आए थे? अब लॉकडाउन हो गया, ये तो गए हैं, और कौन गए हैं? ये गरीब आदमी गया है। अब तो 8 करोड़ गए हैं, अब ये खेती किसानी बंद हो जाएगी, जमीन हमारी जब्त हो जाएंगी, तो हम भी ऐसे ही शहर में आएंगे, कंजेशन में रहेंगे, इनह्यूमन कंडीशन, पोल्यूशन होगा, तो फिर बोलेंगे विकास कहाँ गया भाई, विकास नहीं हो रहा, प्लान डेवलपमेंट तो है नहीं। फिर 80 करोड़ जाएंगे। अब तो कुछ तो रास्ते में मिल गए थे, निपट गए थे कुछ घर जाके, वो हाल हमारे साथ करना चाहते हैं। तो हम ऐसा नहीं होने दें, कुछ भी हो जाए हम यहाँ से हटने वाले हैं जब तक टाइम पे लीगल कानून नहीं मिलेगा। और ये मनमान की बात ना करे, देश की बात करे, खेती किसानी की बात करे, रोजी रोटी, कपड़ा, मकान, शिक्षा, स्वास्थ्य, बिजली, सड़कें, पानी, इनकी बात करें ना। आधारभूत जो आवश्यकता होती है जीवन को जीने के लिए, उनकी बात करें। मन की बात अपने घरवाली के साथ करे, जिसको छोड़ के आ रहा है, समझ रहे हो ना? काम की बात करनी चाहिए। जी ਜੀ ਧੰਨਵਾਦ ਜੀ, ਧੰਨਵਾਦ। ਹਾਂਜੀ, ਕੀ ਨਾਮ ਹੈ ਜੀ ਆਪਣਾ? ਸੁਰਿੰਦਰ ਸਿੰਘ ਜੀ। ਹਾਂਜੀ ਸੁਰਿੰਦਰ ਸਿੰਘ ਜੀ, ਕਿਸ ਤਰ੍ਹਾਂ ਦੇਖ ਰਹੇ ਹੋ? ਹਾਂ ਜੀ, ਇਹ ਦੇਖ ਰਹੇ ਹਾਂ ਜੀ, ਦੇਖ ਕੇ ਸਾਨੂੰ ਬਹੁਤ ਅੱਜ ਖੁਸ਼ੀ ਵਾਲੀ ਗੱਲ ਹੈ ਕਿ ਹਿੰਦੁਸਤਾਨ ਦੇ ਹਰ ਵਰਗ ਦਾ, ਹਰ ਹਿੰਦੁਸਤਾਨੀ, ਹਰ ਭਾਰਤੀ ਤੇ ਸਾਰੀਆਂ ਸਟੇਟਾਂ ਦੇ ਲੋਕ ਇੱਥੇ ਇਕੱਠੇ ਹੋਣ ਦਾ ਸਾਨੂੰ ਮੌਕਾ ਮਿਲਿਆ ਹੈ। ਸੋ ਇਸ ਕਰਕੇ ਇਹ ਲੋਕ ਬੜਾ ਕੁਝ ਚਾਹੁੰਦੇ ਆ ਜੀ, ਪਰ ਇਹ ਕਾਨੂੰਨ ਹੈ ਜਿਹੜਾ, ਇਹ ਕਾਨੂੰਨ ਤੋਂ ਕੋਈ ਆਸ ਲੋਕਾਂ ਨੂੰ ਨਹੀਂ ਲੱਗਦਾ ਹੈ ਬਈ ਇਹ ਕਾਨੂੰਨ ਰੱਦ ਕਰਵਾ ਕੇ ਜਾਣਗੇ ਲੋਕ, ਜਾਂ ਮੋਦੀ ਸਰਕਾਰ ਤਾਂ ਦੇਖ ਰਹੀ ਆ ਬਈ ਇਹਨਾਂ ਨੂੰ ਇਦਾਂ ਹੀ ਹਰਾਸਮੈਂਟ ਕਰੋ, ਇਹ ਲੰਘ ਜਾਣਗੇ? ਕੀ ਲੱਗ ਰਿਹਾ ਜੀ ਤੁਹਾਨੂੰ? ਦੇਖੋ, ਕਾਨੂੰਨ ਤਾਂ ਹੁਣ ਰੱਦ ਨਹੀਂ ਮਤਲਬ ਰੱਦ ਹੋ ਕੇ ਰਹੇਗਾ ਜੀ, ਕਿਉਂਕਿ ਇਹ ਇਕੱਲਾ ਕਾਨੂੰਨ ਹੀ ਨਹੀਂ ਰੱਦ ਹੋ, ਤੇ ਜੇ ਕਾਨੂੰਨ ਨੂੰ ਇਹ ਰੱਦ ਤਾਂ ਇਹਨਾਂ ਨੂੰ ਕਰਨਾ ਹੀ ਪੈਣਾ ਹੈ। ਉਦੋਂ ਬਾਅਦ ਵੀ ਅੰਦੋਲਨ ਖਤਮ ਹੋਣ ਵਾਲਾ ਨਹੀਂ, ਮੈਨੂੰ ਨਹੀਂ ਲੱਗਦਾ। ਜੀ ਜੀ, ਕਿਉਂਕਿ ਧੰਨਵਾਦ ਜੀ। ਹਾਂਜੀ, ਇਹ ਸਨ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਕਾਨੂੰਨ ਨੇ ਅਸੀਂ ਰੱਦ ਕਰਵਾ ਕੇ ਹੀ ਜਾਵਾਂਗੇ, ਚਾਹੇ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ। ਤੇ ਮੋਦੀ ਸਾਹਿਬ ਇੱਕ ਗੱਲ ਸੁਣ ਲੈਣ ਕਿ ਲੋਕ ਨੇ ਜਿਹੜੇ ਇਹ ਉਸ ਮਾਈ ਭਾਗੋ ਦੀਆਂ ਵਾਰਸਾਂ ਮਾਤਾਵਾਂ ਆਈਆਂ ਨੇ ਇੱਥੇ, ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਨੇ ਇਹ ਜਿਹੜੇ ਇੱਥੇ ਬੈਠੇ ਨੇ, ਤੇ ਇਹ ਕਾਨੂੰਨ ਰੱਦ ਕਰਨਾ ਹੀ ਪੈਣਾ ਹੈ ਤੇ ਕਰਵਾ ਕੇ ਹੀ ਜਾਣਗੇ। ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ, ਕੁੰਡਲੀ ਬਾਰਡਰ, ਦਿੱਲੀ।